ਕੰਟਰੈਕਟ ਦਾ ਮਤਲਬ ਵੀ ਜੋ ਰੇਟ ਟੁੱਕਿਆ ਗਿਆ ਉਹਦੇ ਤੇ ਮਾਲ ਸਾਡਾ ਉਹਨਾਂ ਖਰੀਦਣਾ। ਜਿਹੜੀ ਓਪਨ ਮਾਰਕੀਟ ਹੁੰਦੀ ਹੈ, ਜਿਹੜਾ ਖੁੱਲਾ ਬਾਜ਼ਾਰ ਹੁੰਦਾ, ਉਹਦੇ ਤੇ ਸਮੇਂ ਦਾ ਰੇਟ ਹੁੰਦਾ। ਜਿਸ ਟਾਈਮ ਅਸੀਂ ਕੰਟਰੈਕਟ ਕੀਤਾ ਉਹਨਾਂ ਨਾਲ 8 ਰੁਪਏ, ਉਦੋਂ ਬਾਹਰ ਰੇਟ 25, 30, 40 ਰੁਪਏ ਸੀ, ਬਾਹਰ ਆ ਗਿਆ 5 ਰੁਪਏ। ਹੁਣ ਉਹ ਐਗਰੀਮੈਂਟ ਹੋਇਆ 8 ਰੁਪਏ ਤੋਂ ਤਾਂ ਭੱਜ ਨਹੀਂ ਸਨ ਸਕਦੇ। ਫਿਰ ਉਹਨਾਂ ਇਹਦੇ ਵਿੱਚ ਡਸਟ ਜ਼ਿਆਦਾ ਹੋ ਗਈ, ਮਿੱਟੀ ਦਾ ਮਾਤਰਾ ਵੱਧ ਗਈ ਹੈ, ਇਹਦੇ ਵਿੱਚ ਹਰਿਆਵਲ ਆ ਗਈ ਹੈ, ਇਹਦੇ ਵਿੱਚ ਸਾਈਜ਼ ਦੀ ਬਾਤ ਘਾਟ ਹੈ। ਫਿਰ ਇਸ ਰਸਤੇ ਨੂੰ ਟੁਰ ਪੈਂਦੇ ਨੇ। ਕਟੌਤੀ ਲੱਗ ਕੇ ਸਾਨੂੰ ਮਾਲ ਵਾਪਸ ਨਹੀਂ ਆਉਣਾ। ਉਹ ਕਟੌਤੀ ਤਿੱਕਰ ਉਹਨਾਂ ਦਾ ਉਹ ਯੂਜ਼ ਵਿੱਚ ਨਹੀਂ ਗਾ। ਜਦੋਂ ਕਟੌਤੀ ਲੱਗ ਗਈ, ਉਹ ਜਦੋਂ ਮਾਲ ਅੱਗੇ ਟੁਰ ਗਿਆ, ਫਿਰ ਉਹਨਾਂ ਦਾ ਯੂਜ਼ ਵਿੱਚ ਆ ਜਾਂਦਾ। ਕੰਟਰੈਕਟ ਖੇਤੀ ਸਹੀ ਤਾਂ ਹੈ ਜੇ ਨਾਲ ਮੰਡੀਆਂ ਚੱਲਣਗੀਆਂ, ਪਰ ਕੰਟਰੈਕਟ ਕੰਪਨੀਆਂ ਆਪਣੇ ਜ਼ੁਬਾਨ ਤੇ ਖਰੀਆਂ ਨਹੀਂ ਉਤਰਦੀਆਂ, ਰੇਟ ਪੱਕੋ ਉਤਰ ਜਾਣਗੀਆਂ ਕਿਉਂਕਿ ਉਹ ਲਿਖਤ ਹੈ। ਅਸੀਂ ਜਦੋਂ ਕਣਕਾਂ ਪੱਕ ਜਾਂਦੀਆਂ ਨੇ ਸਾਰੀ ਰਾਤ ਸੌਂਦੇ ਨਹੀਂ, ਉੱਠ ਕੈਡ ਲੈਂਦੇ ਰਹੀਦਾ, ਇੱਧਰ ਵੇਖ ਲੈਣਾ, ਇੱਧਰ ਵੇਖ ਲੈਣਾ, ਸਪਾਰਕਿੰਗ ਨਹੀਂ ਹੋਈ, ਆਹ ਨਹੀਂ ਹੋਇਆ। ਹੁਣ ਪੱਕੀ ਫਸਲ ਦੇ ਜੇ ਸਾਡਾ 8 ਤੇ ਨੰਬਰ ਨਹੀਂ ਆਇਆ, ਉਹਦੀ ਕੌਣ ਜ਼ਿੰਮੇਵਾਰੀ ਲਏਗਾ? ਦਰਸ਼ਕੋ, ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਤੇ ਮੈਂ ਹਰਜੀਤ ਕੌਰ। ਤੁਹਾਨੂੰ ਪਤਾ ਕਿ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਲਗਾਤਾਰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਹੋਏ ਨੇ, ਜਿੱਥੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਕਿਸਾਨ ਵਿਰੋਧੀ ਬਿੱਲਾਂ ਦੀ ਅਸੀਂ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਕੰਟਰੈਕਟ ਖੇਤੀ ਵੀ ਆਉਂਦੀ ਹੈ, ਜਿਹਦੇ 'ਚ ਕੰਟਰੈਕਟ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਇਹਨਾਂ ਦੇ ਜ਼ਮੀਨਾਂ ਤੇ ਜਿਹੜਾ ਕਬਜ਼ਾ ਕਰ ਲੈਣਾ ਹੈਗਾ। ਇਦਾਂ ਦੀਆਂ ਵਿਚਾਰ ਚਰਚਾ ਚੱਲ ਰਹੀ ਹੈ, ਗੱਲਾਂ ਚੱਲ ਰਹੀਆਂ, ਤਾਂ ਹੀ ਤਾਂ ਅੱਜ 4 ਮਹੀਨੇ ਹੋ ਚੁੱਕੇ ਨੇ ਤੇ ਲਗਾਤਾਰ ਕਿਸਾਨੀ ਅੰਦੋਲਨ ਚੱਲ ਰਿਹਾ। ਸਾਡੇ ਨਾਲ ਕਿਸਾਨ ਵੀਰ ਮੌਜੂਦ ਨੇ ਜਿਹੜੇ ਕਿ ਕੰਟਰੈਕਟ ਖੇਤੀ ਆਲਰੇਡੀ ਕਰ ਰਹੇ ਨੇ, 5 ਸਾਲਾਂ ਤੋਂ ਇਸ ਹਾਲਾਤਾਂ ਤੋਂ ਗੁਜ਼ਰ ਰਹੇ ਨੇ। ਕੀ ਉਹਨਾਂ ਨੂੰ ਫਾਇਦਾ ਹੋਇਆ, ਕੀ ਨੁਕਸਾਨ ਹੋਇਆ, ਇਸ ਬਾਰੇ ਅਸੀਂ ਜਾਣਾਂਗੇ ਇਹਨਾਂ ਤੋਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਫਤਿਹ ਜੀ। ਜੀ ਕਿੱਥੋਂ ਆਏ? ਮੈਂ ਕਰਨਾਲ ਤੋਂ, ਜ਼ਿਲ੍ਹਾ ਕਰਨਾਲ, ਪਿੰਡ ਬਲੌਲਪੁਰ। ਕੀ ਨਾਮ ਹੈ? ਮੇਰਾ ਕਰਨਦੀਪ ਸਿੰਘ ਹੈ। ਕਰਨਦੀਪ ਜੀ, ਅਸੀਂ ਸੁਣਿਆ ਕਿ ਤੁਸੀਂ ਕੰਟਰੈਕਟ ਖੇਤੀ ਕਰ ਰਹੇ ਹੋ, ਤੇ ਕਾਹਦੀ ਖੇਤੀ ਪਹਿਲਾਂ ਤੁਸੀਂ ਕੰਟਰੈਕਟ ਬੇਸ ਤੇ ਕਰ ਰਹੇ ਹੋ? ਅਸੀਂ ਆਲੂ ਦੀ ਖੇਤੀ ਕਰ ਰਹੇ ਹਾਂ ਜੀ। ਆਲੂ ਦੀ ਖੇਤੀ ਤੁਸੀਂ ਕਰ ਰਹੇ ਹੋ ਤਾਂ ਕੀ ਇਹਦੇ ਵਿੱਚ ਤੁਹਾਨੂੰ ਮੁਨਾਫਾ ਆਇਆ ਜਾਂ ਨੁਕਸਾਨ ਹੈ? ਮੁਨਾਫਾ ਸਮੇਂ ਦਾ ਹੈ ਜੀ। ਜੇ ਤੇ ਓਪਨ ਬਾਜ਼ਾਰ ਤੇਜ਼ ਹੈ, ਬਾਹਰਲੀ ਮਾਰਕੀਟ ਤੇਜ਼ ਹੈ, ਫਿਰ ਤੇ ਮੁਨਾਫਾ ਠੀਕ ਹੈ। ਤੇ ਜੇ ਬਾਹਰਲੀ ਮੰਡੀਆਂ ਦਾ ਰੇਟ ਸਹੀ ਨਹੀਂਗਾ ਤੇ ਫਿਰ ਤੇ ਘਾਟਾ ਹੀ ਘਾਟਾ। ਤੇ ਬਾਕੀ ਸਭ ਤੋਂ ਵੱਡੀ ਗੱਲ, ਜਿਹੜਾ ਜ਼ਿਮੀਦਾਰ ਹੈ ਤੇ ਘਾਟੇ ਲਈ ਵੀ ਬਣਿਆ, ਇਹ ਮੁਨਾਫੇ ਲਈ ਤੇ ਕਾਰਪੋਰੇਟ ਘਰ ਤੇ ਇਹ ਲੋਕ ਨੇ, ਅਸੀਂ ਤੇ ਘਾਟੇ ਵਾਸਤੇ ਹੀ ਬਣੇ ਆ। ਜਿੰਨਾ ਮਰਜ਼ੀ ਕਿਰਤ ਕਰ ਲਈਏ, ਕਮਾਈ ਕਰ ਲਈਏ, ਜਿੰਨੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਮਿਹਨਤ ਕਰ ਲਈਏ, ਪਰ ਸਾਡੇ ਪੱਲੇ ਕੁਛ ਨਹੀਂ ਪੈਂਦਾ। ਪਰ ਜੇ ਅਸੀਂ ਕਹੀਏ ਕਿ ਤੁਸੀਂ ਆਲੂ ਦੀ ਖੇਤੀ ਕਰਦੇ ਹੋ, ਕੰਟਰੈਕਟ ਬੇਸ ਤੇ ਤੁਸੀਂ ਖੇਤੀ ਕਰ ਰਹੇ ਹੋ, ਤਾਂ ਕਿਹੜੀ ਕੰਪਨੀ ਦੇ ਨਾਲ ਜਿਹੜਾ ਤੁਹਾਡਾ ਕੰਟਰੈਕਟ ਹੋਇਆ ਤੇ ਕਿੰਨੇ ਸਾਲ ਦਾ? ਹਰ ਸਾਲ ਦਾ ਨਵਾਂ ਕੰਟਰੈਕਟ ਹੁੰਦਾ ਹੈ ਜੀ। ਕਰਨਾਲ ਦੀ ਕੰਪਨੀ ਗੁੱਡਰੀਚ ਸੈਰਲਸ, ਤੇ ਉਹਨਾਂ ਨਾਲ ਅਸੀਂ ਕੰਟਰੈਕਟ ਕਰਨੇ ਆ। ਕਿੰਨੇ ਸਾਲਾਂ ਤੋਂ? ਮਤਲਬ ਕਿ ਤੁਹਾਡਾ? ਮੈਂ 5 ਸਾਲਾਂ ਤੋਂ ਉਹਨਾਂ ਦੇ ਨਾਲ ਖੇਤੀ ਕਰ ਰਿਹਾ, 5 ਸਾਲਾਂ ਤੋਂ ਲਗਾਤਾਰ। ਪਹਿਲਾਂ 2 ਕੰਪਨੀਆਂ ਨਾਲ ਕਰਨਾ ਹੈ, ਇੱਕ ਟੈਕਨੀਕੋ ਸੀ, ਉਹ ਸੀਡ ਦੀ ਸੀ। ਇਹ ਮਤਲਬ ਇਹ ਪਾਊਡਰ ਬਣਾਉਂਦੇ ਨੇ, ਇਹ ਗੁੱਡਰੀਚ ਸੈਰਲਸ, ਇਹਨਾਂ ਨਾਲ ਵੀ 5 ਸਾਲਾਂ ਤੋਂ ਕਰ ਰਿਹਾ। ਐਤਕੀ 5ਵਾਂ ਸਾਲ ਸੀ। 5 ਸਾਲਾਂ ਤੋਂ ਤੁਸੀਂ ਖੇਤੀ ਕਰ ਰਹੇ ਤਾਂ ਅੱਜ ਵੀ ਤੁਸੀਂ ਦੇਖ ਸਕਦੇ ਕਿ ਇਹੀ ਮਸਲਾ ਚੱਲ ਰਿਹਾ। 4 ਮਹੀਨਿਆਂ ਤੋਂ ਲਗਾਤਾਰ ਕਿਸਾਨ ਡਟੇ ਹੋਏ ਨੇ। ਉਹ ਕਹਿੰਦੇ ਨੇ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦਾ ਭਲਾ ਸੋਚਦੇ, ਉਹਨਾਂ ਬਿੱਲ ਆ ਜਿਹੜੇ ਉਹ ਭਲੇ ਲਈ ਬਣਾਏ। ਹੁਣ ਤੁਸੀਂ ਕੰਟਰੈਕਟ ਖੇਤੀ ਕਰ ਰਹੇ ਹੋ ਤਾਂ ਕੀ ਲੱਗਦਾ ਕਿੰਨੀਆਂ ਕੁ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਵੀ ਤੁਹਾਨੂੰ ਕਰਨਾ? ਪਰੇਸ਼ਾਨੀਆਂ ਦਾ ਸਾਹਮਣਾ ਤੇ ਐਵੇਂ ਭੈਣ ਜੀ, ਜੇ ਓਪਨ ਮਾਰਕੀਟ ਤੇਜ਼, ਬਾਹਰ ਖੁੱਲਾ ਬਾਜ਼ਾਰ ਤੇਜ਼ ਹੈ, ਫਿਰ ਤੇ ਸਾਡਾ ਚਾਹੇ ਕੰਟਰੈਕਟ ਹੈ। ਕੰਟਰੈਕਟ ਦਾ ਮਤਲਬ ਵੀ ਜੋ ਰੇਟ ਟੁੱਕਿਆ ਗਿਆ ਉਹਦੇ ਤੇ ਮਾਲ ਸਾਡਾ ਉਹਨਾਂ ਖਰੀਦਣਾ। ਜਿਹੜੀ ਓਪਨ ਮਾਰਕੀਟ ਹੁੰਦੀ ਹੈ, ਜਿਹੜਾ ਖੁੱਲਾ ਬਾਜ਼ਾਰ ਹੁੰਦਾ, ਉਹਦੇ ਤੇ ਸਮੇਂ ਦਾ ਰੇਟ ਹੁੰਦਾ। ਅਸੀਂ ਆਪਣੇ ਮਨ ਤੇ ਪੱਥਰ ਰੱਖ ਕੇ, ਜਿਵੇਂ ਜਿਸ ਟਾਈਮ ਅਸੀਂ ਕੰਟਰੈਕਟ ਕੀਤਾ ਉਹਨਾਂ ਨਾਲ 8 ਰੁਪਏ, ਉਦੋਂ ਬਾਹਰ ਰੇਟ 25, 30, 40 ਰੁਪਏ ਸੀ। ਅਸੀਂ ਫਿਰ ਵੀ 8 ਰੁਪਏ ਕੀਤਾ ਵੀ ਹਾਂ ਸਾਡਾ ਕੋਈ ਨਹੀਂ, ਜੋ ਹੋਏਗਾ ਵੀ 8 ਰੁਪਏ ਸਾਡਾ ਮਾਲ ਤੁਲੇਗਾ। ਜਦੋਂ ਤੱਕ ਸਾਡੀ ਫਸਲ ਤਿਆਰ ਹੁੰਦਿਆਂ ਉਹ ਰੇਟ ਪਿਛਾਂ ਨੂੰ ਆਉਣ ਲੱਗ ਗਿਆ, ਕਿਉਂਕਿ ਹੁਣ ਜਿਵੇਂ ਕਿਸਾਨਾਂ ਦਾ ਜਿਹੜਾ ਵਪਾਰੀ ਵਰਗ ਦਾ ਮਾਲ ਸੀ ਉਹ ਖਤਮ ਹੋ ਗਿਆ, ਤੇ ਹੁਣ ਕਿਸਾਨਾਂ ਦਾ ਮਾਲ ਪੱਕਣ ਦਾ ਟਾਈਮ ਆ ਗਿਆ ਸੀ। ਹੁਣ ਰੇਟ ਆਟੋਮੈਟਿਕ ਉਹ ਪਿੱਛੇ ਜਾਣ ਲੱਗ ਗਿਆ। 8 ਰੁਪਏ ਸਾਡੇ ਨਾਲ ਰੇਟ ਤੈਅ ਹੋਇਆ ਸੀ, 8 ਰੁਪਏ ਤੇ ਹੀ ਉਹਨਾਂ ਸਾਡਾ ਮਾਲ ਖਰੀਦਿਆ। ਇਹ ਗੱਲ ਹੈ, ਪਰ ਕਟੌਤੀਆਂ ਲਾਉਣ ਲੱਗ ਜਾਂਦੇ ਨੇ। ਜੇ ਹੁਣ ਬਾਹਰ ਮੰਦਾ ਆ ਗਿਆ, ਬਾਹਰ ਆ ਗਿਆ 5 ਰੁਪਏ, ਹੁਣ ਉਹ ਐਗਰੀਮੈਂਟ ਹੋਇਆ 8 ਰੁਪਏ ਤੋਂ ਤਾਂ ਭੱਜ ਨਹੀਂ ਸਨ ਸਕਦੇ। ਫਿਰ ਉਹਨਾਂ ਇਹਦੇ ਵਿੱਚ ਡਸਟ ਜ਼ਿਆਦਾ ਹੋ ਗਈ, ਮਿੱਟੀ ਦਾ ਮਾਤਰਾ ਵੱਧ ਗਈ ਹੈ, ਇਹਦੇ ਵਿੱਚ ਹਰਿਆਵਲ ਆ ਗਈ ਹੈ,
ਇਹਦੇ ਵਿੱਚ ਸਾਈਜ਼ ਦੀ ਬਾਤ ਘਾਟ ਹੈ, ਇਹ ਆਲੂ ਦਾ ਸਾਈਜ਼ ਟੇਢਾ ਸਿੱਧਾ ਹੈ, ਫਿਰ ਇਹ ਇਸ ਰਸਤੇ ਨੂੰ ਟੁਰ ਪੈਂਦੇ ਨੇ। ਕਿਵੇਂ ਦੇ ਆਲੂ ਚਾਹੀਦੇ ਸੀ ਉਹਨੇ, ਕਿਵੇਂ ਦੀ ਪਛਾਣ ਕਰਦੇ ਜਿਹੜਾ ਟੁੱਕਦਾ ਹੋਵੇ ਪਤਾ ਜੀ ਕਿ ਕੰਪਨੀ ਟੁਕਦਾ 35 mm ਤੋਂ 45 ਤੇ 55 mm ਤੱਕ ਉਹ ਆਲੂ ਖਰੀਦਦੇ ਨੇ। ਪਰ ਆਲੂ ਸਾਡਾ ਇਹ ਸੀ ਕਿਉਂਕਿ ਕਈ ਕੁਇੰਟਲ, ਕਈ 100 ਕੁਇੰਟਲ ਹਿਸਾਬ ਨਾਲ ਹੋਣਾ ਹੈ। ਜਿਹੜਾ ਅਸੀਂ ਛੋਟਾ ਸਾਈਜ਼ ਕੱਢ ਦਿੰਦੇ ਆ, ਕਟਿਆ ਕੱਢ ਦਿੰਦੇ ਆ, ਜਿਹੜਾ ਪੂਰਾ ਹਰਾ ਹੁੰਦਾ ਉਹ ਵੇਸਟ ਵਿੱਚ ਅਸੀਂ ਕੱਢ ਦਿੰਦੇ ਆ ਪਹਿਲਾਂ ਹੀ, ਵੀ ਉਹ ਕੰਪਨੀ ਦੇ ਨਾਲ ਜਿਹੜਾ ਸਾਡੀ ਡੀਲ ਹੋਈ ਹੈ ਅਸੀਂ ਉਹਦੇ ਤੇ ਖਰੇ ਉਤਰ ਸਕੀਏ। ਪਰ ਫਿਰ ਵੀ ਕੋਈ ਹਲਕਾ ਫੁਲਕਾ ਹਰਾ ਲਾਓ ਮਾੜਾ ਮੋਟਾ ਜਾਂ ਹੋਰ, ਪਰ ਉਹ ਉਸ ਚੀਜ਼ ਨੂੰ ਲੱਭਦੇ ਨੇ ਵੀ ਹੁਣ ਇਹਨਾਂ ਨੂੰ ਕੱਟਣਾ ਕਿਵੇਂ, ਕਟੌਤੀ ਕਿਵੇਂ ਲਾਣੀ ਹੈ। ਉਸ ਹਰੇ ਦੀ 4% ਲਾਤੀ, ਛੋਟੇ ਸਾਈਜ਼ ਦੀ 3.5 9% ਕਾਟ ਲਾ ਕੇ ਮੇਰੀ ਇੱਕ ਪਹਿਲੀ ਟਰਾਲੀ ਗਈ ਸੀ, ਉਹਦੇ 'ਚ ਮੈਨੂੰ 1,35,000 ਦੀ ਮੇਰੀ ਟਰਾਲੀ ਸੀ। ਉਹ 1,13,000 ਰੁਪਇਆ ਉਹਨਾਂ ਮੈਨੂੰ ਪਾਇਆ, 21,912 ਰੁਪਏ ਦੇ ਲਗਭਗ ਉਹਨਾਂ ਮੈਨੂੰ ਕੱਟਿਆ। ਤੇ ਉਹਨੂੰ ਅਸੀਂ ਹਾਂਜੀ ਪਹਿਲੀ ਟਰਾਲੀ 'ਚ ਮੇਰਾ ਕੱਟ ਲਿਆ 21,912 ਰੁਪਏ ਉਹ ਮੇਰੇ ਪਹਿਲੀ ਟਰਾਲੀ। ਚਲੋ ਉਹਦੇ ਵਿੱਚ ਕੋਈ ਵੀ 2% ਉਹਨਾਂ ਕਾਟ ਸਾਡੀ ਐਗਰੀਮੈਂਟ 'ਚ ਤੈਅ ਵੇ ਬਾਰਦਾਨੇ ਦਾ, ਤੇ ਥੋੜੇ ਮਿੱਟੀ ਦਾ ਲਾਓ ਜਾਂ ਕਿਸ ਤਰ੍ਹਾਂ, ਚਾਹੇ ਮਿੱਟੀ ਹੈ ਜਾਂ ਨਹੀਂ, ਉਹਨਾਂ 2% ਕਾਟ ਲਾਣੀ ਹੈ। ਜਿਹੜੀ ਚੀਜ਼ ਸਾਡੇ ਨਾਲ ਟੁੱਕੀ ਗਈ ਅਸੀਂ ਉਹਦੇ ਤੇ ਬਿਲਕੁਲ ਖਰੇ ਆ ਵੀ ਉਹ ਚੀਜ਼ ਕਾਟ ਲਾਣ, ਬਿਲਕੁਲ ਲਾਣ, ਕਿਉਂਕਿ ਉਹ ਲਿਖਤ ਹੋ ਗਈ ਹੈ। ਪਰ ਉਸ ਤੋਂ ਇਲਾਵਾ ਜੇ 9% ਕਾਟ ਸਾਨੂੰ ਲਾਣੀ ਹੈ, ਹੁਣ ਪਿਛਲੇ ਸਾਲ ਕਿਉਂ ਨਹੀਂ ਲੱਗੀ? ਪਿਛਲੇ ਸਾਲ ਬਾਹਰ ਆਲੂ ਤੇਜ਼ ਸੀ, 14 ਰੁਪਏ ਆਲੂ ਜਾਣ ਡਿਆ ਸੀ, ਸਾਡਾ ਰੇਟ 7 ਰੁਪਏ ਸੀ, ਅਸੀਂ 7 ਰੁਪਏ ਫਿਰ ਵੀ ਆਲੂ ਦਿੱਤਾ ਕਿਉਂਕਿ ਸਾਡੀ ਡੀਲ ਹੋਈ ਸੀ, ਅਸੀਂ ਆਪਣੀ ਜ਼ੁਬਾਨ ਤੇ ਖਰੇ ਉਤਰਨਾ ਸੀ। ਅਸੀਂ 7 ਰੁਪਏ ਆਲੂ ਦਿੱਤਾ ਕਿਉਂਕਿ ਸਾਡਾ ਇਹਨਾਂ ਨਾਲ ਕੰਟਰੈਕਟ ਹੈ। ਬਾਹਰ 14-15 ਰੁਪਏ ਜਾਣ ਡਿਆ ਸੀ। ਪਿਛਲੇ ਸਾਲ 2% ਤੋਂ ਬਿਨਾਂ 1 ਪੈਸੇ ਦੀ ਕਾਟ ਨਹੀਂ। ਉਦੋਂ ਪਿਛਲੇ ਸਾਲ ਕੋਈ ਨਜਾਇਜ਼ ਕਟੌਤੀ ਨਹੀਂ, ਕਿਉਂਕਿ ਓਪਨ ਮਾਰਕੀਟ ਸੀ, ਉਹ 1 ਰੁਪਈਆ 98 ਉਹ ਸਾਡੇ ਤੋਂ ਤੇਜ਼ ਹੁੰਦੀ ਸੀ ਐਗਰੀਮੈਂਟ ਵਾਲੇ ਰੇਟ ਕੰਟਰੈਕਟ ਤੋਂ। ਐਤਕੀ ਓਪਨ ਮਾਰਕੀਟ ਕੰਟਰੈਕਟ ਤੋਂ ਡਾਊਨ ਸੀ, ਇਸ ਕਰਕੇ ਉਹਨਾਂ ਨੇ ਕਿਹਾ ਵੀ ਰੇਟ ਤੋਂ ਤੇ ਅਸੀਂ ਪਿੱਛਾ ਜਾ ਨਹੀਂ ਸਕਦੇ। ਇਹਨਾਂ ਦਾ ਬੜਾ ਵਧੀਆ ਤਰੀਕਾ ਲੈਬ ਦੇ ਵਿੱਚੋਂ ਕਟੌਤੀ ਲਾ ਕੇ ਤੇ ਬਹੁਤ ਜਿਹੜੀ ਕਟੌਤੀ ਕਰਦੇ ਨੇ ਜਾਂ ਹਰਾ ਆਲੂ ਦੇ ਕੇ ਤੁਹਾਨੂੰ ਵਾਪਸ ਕੀ ਉਹ ਸਾਰਾ ਕੁਝ ਜਿਹੜਾ ਜਿਹਦੇ ਚ ਕਟੌਤੀ ਕਰ ਦਿੱਤੀ ਗਈ ਹੈ, ਜਾਂ ਆਪਾਂ ਕਹਿ ਦਈਏ ਕਿ ਉਹ ਨਹੀਂ ਲੈਣਾ ਚਾਹੁੰਦੇ, ਫਿਰ ਉਹ ਤੁਹਾਨੂੰ ਵਾਪਸ ਕਰ ਦਿੰਦੇ? ਨਹੀਂ, ਉਹ ਕਟੌਤੀ ਚ ਫਰੀ ਚ ਪੀਸਿਆ ਜਾਏਗਾ। ਕਟੌਤੀ ਲੱਗ ਗਈ, ਕਟੌਤੀ ਲੱਗ ਕੇ ਸਾਨੂੰ ਮਾਲ ਵਾਪਸ ਨਹੀਂ ਹੋਣਾ। ਉਹ ਕਟੌਤੀ ਤਿੱਕਰ ਉਹਨਾਂ ਦਾ ਉਹ ਯੂਜ਼ ਵਿੱਚ ਨਹੀਂਗਾ। ਜਦੋਂ ਕਟੌਤੀ ਲੱਗ ਗਈ, ਉਹ ਜਦੋਂ ਮਾਲ ਅੱਗੇ ਟੁਰ ਗਿਆ ਫਿਰ ਉਹਨਾਂ ਦਾ ਯੂਜ਼ ਵਿੱਚ ਆ ਜਾਂਦਾ। ਜ਼ਿਮੀਂਦਾਰ ਨੂੰ ਕਿਵੇਂ ਕੱਟਣਾ ਹੈ, ਉਹ ਤੇ ਉਹਨੇ ਕੱਟ ਲਿਆ ਕਟੌਤੀ ਲਾ ਕੇ। ਉਹ ਮਾਲ ਉਹਨੇ ਤੇ ਮੈਂ ਉਹਨਾਂ ਨੂੰ ਆਖਿਆ, ਮੈਂ ਜਿਹੜਾ ਤੁਹਾਨੂੰ ਪਸੰਦ ਨਹੀਂਗਾ ਮਾਲ ਵੀ ਇਹਦਾ ਸਾਈਜ਼ 'ਚ ਫਰਕ ਹੈ ਜਾਂ ਛੋਟਾ ਸਾਈਜ਼ ਜੋ ਵੀ ਲਾਓ, ਜੋ ਤੁਸੀਂ ਆਂਦੇ ਹੋ ਮੈਨੂੰ ਸਿਰ ਮੱਥੇ, ਉਹ ਮੇਰਾ ਮਾਲ ਵਾਪਸ ਦੇ ਦਿਓ। ਵੀ ਬਾਹਰ ਮੈਂ ਭਾਵੇਂ ਉਹ ਘੱਟ ਰੇਟ ਤੇ ਵੇਚ ਲਾਂਗਾ, ਨਹੀਂ ਦਿੱਤਾ। ਕਿਉਂਕਿ ਜਦੋਂ ਤੁਸੀਂ ਉਹਨਾਂ ਨੇ ਕਹਿ ਹੀ ਦਿੱਤਾ, ਤੁਸੀਂ ਇਹ ਆਵਾਜ਼ ਨਹੀਂ ਉਠਾਈ ਕਿ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਇੰਨੇ ਮਾਲ ਦੇ ਵਿੱਚ ਕਟੌਤੀ ਆ ਜਾਂ ਇਹ ਮਾਲ ਸਹੀ ਨਹੀਂ ਹੈਗਾ ਤਾਂ ਵਾਪਸ ਕਰੋ, ਅਸੀਂ ਕਿਤੇ ਵੀ ਵੇਚ ਸਕਦੇ ਹਾਂ? ਇਹ ਉਹਨਾਂ ਨੂੰ ਮੈਂ ਕਿਹਾ, ਉਹਨਾਂ ਇਸ ਚੀਜ਼ ਦਾ ਕੋਈ ਵਾਰ ਜਵਾਬ ਨਹੀਂ ਦਿੱਤਾ ਵੀ ਅਸੀਂ ਕਰਾਂਗੇ ਤੇਰੇ ਨਾਲ ਗੱਲ ਕਰਾਂਗੇ, ਰੇਟ ਤੈਨੂੰ ਦਿਆਂਗੇ। ਮੈਂ ਉਹਨਾਂ ਨੂੰ ਇਹ ਵੀ ਆਖਿਆ, ਹੁਣ ਤੇ ਕਿਸਾਨ ਸੜਕਾਂ ਤੇ ਬੈਠੇ ਨੇ, ਅਜੇ ਤੇ ਤੁਸੀਂ ਥੋੜੀ ਬਹੁਤੀ ਸ਼ਰਮ ਕਰੋ ਜਾਂ ਲਿਹਾਜ਼ ਕਰੋ ਵੀ ਅਜੇ ਤੇ ਚਾਰੇ ਪਾਸੇ ਸ਼ੋਰ ਮਚਿਆ ਪਿਆ ਹੈ। ਸਾਡੇ ਕਿਸਾਨ ਆਗੂ ਹੀ ਸਮਝਾਉਣ ਡਏ ਨੇ ਵੀ ਸਾਨੂੰ ਵੀ ਸਮਝ ਆਉਣ ਡਈ, 1 ਸਾਲ 2 ਸਾਲ ਨੂੰ ਛੱਡ ਦਿਓ ਵੀ ਤੀਜੇ ਸਾਲ ਤੇ ਪਤਾ ਨਹੀਂ ਇਹਨਾਂ ਕੱਟਣਾ ਸਾਰਾ ਕੁਝ ਹੀ ਐਵੇਂ ਕਟੌਤੀਆਂ 'ਚ ਨਹੀਂ ਲੈ ਜਾਣਾ। ਅੱਜ ਤੁਸੀਂ ਹਿਸਾਬ ਲਓ, ਇੰਨਾ ਰੌਲਾ ਪੈਣ ਦੇ ਬਾਵਜੂਦ ਵੀ ਮੈਨੂੰ ਕਟੌਤੀ ਲਾਤੀ। ਤੇ ਜੇ ਆ ਕਿਸਾਨਾਂ ਵਾਲਾ ਸੰਘਰਸ਼ ਨਾ ਚੱਲਦਾ ਹੁੰਦਾ ਤੇ ਫਿਰ ਕੀ ਕਰਦੇ? ਇਸ ਚੀਜ਼ ਨੂੰ ਵੀ ਤੁਸੀਂ ਸਮਝੋ। ਤੁਸੀਂ ਖੁਸ਼ ਹੋ ਵੈਸੇ ਕੰਟਰੈਕਟ ਖੇਤੀ ਤੋਂ, ਕਿਉਂਕਿ 5 ਸਾਲ ਤੁਸੀਂ ਕੀਤੀ ਆ, ਆਖਰ ਕਿਤੇ ਤਾਂ ਮੁਨਾਫਾ ਦਿਖ ਰਿਹਾ ਹੋਊਗਾ? ਬਿਲਕੁਲ, ਜਿੰਨਾ ਚਿਰ ਤੀਕਰ ਨਾਲ ਓਪਨ ਮਾਰਕੀਟ ਖੁੱਲਾ ਬਾਜ਼ਾਰ ਨਹੀਂ ਚੱਲਦਾ, ਕੰਟਰੈਕਟ ਖੇਤੀ ਦੇ ਵਿੱਚ ਫਿਰ ਵੀ ਘਾਟਾ, ਕਿਉਂਕਿ ਜ਼ੁਬਾਨ ਤੇ ਨਹੀਂ ਖਰੇ ਉਤਰਦੇ ਫਿਰ ਵੀ, ਕਿਉਂਕਿ ਰੇਟ ਤੇ ਉਤਰ ਜਾਣਗੇ, ਰੇਟ ਸਾਨੂੰ ਦੇ ਦੇਣਗੇ, ਪਰ ਕਟੌਤੀਆਂ ਵਾਲਾ ਅਸੀਂ ਕਿਵੇਂ ਉਹਨਾਂ ਦਾ ਪੇਟਾ ਭਰੀਏ? ਕਿੱਥੋਂ ਅਸੀਂ ਉਹਨਾਂ ਤੋਂ ਫਿਰ ਵਾਪਸੀ, ਜੋ ਵੀ ਉਹਨਾਂ ਲਿਖ ਕੇ ਦੇ ਦਿੱਤਾ ਵੀ ਆ ਹੁਣ ਮੈਂ ਮਾਲ ਵੀ ਲੈਣਾ ਹਾਂ, ਮਨਮਾਨੀਆਂ ਕਰਦੀ ਕੰਪਨੀ। ਬਿਲਕੁਲ ਇਹਦੇ ਵਿੱਚ ਕੋਈ ਅੱਜ ਵੀ ਤੁਸੀਂ ਦੇਖ ਸਕਦੇ ਕਿ ਲੜਾਈ ਵੀ ਇਸੇ ਚੀਜ਼ ਦੀ ਚੱਲ ਰਹੀ ਹੈ। ਕਹਿੰਦੇ ਆ ਵੀ ਤੁਹਾਨੂੰ ਕੰਟਰੈਕਟ ਖੇਤੀ ਤੇ ਜਿਹੜਾ ਆਪਣੀ ਫਸਲ ਆ ਉਗਾਉਣੀ ਪਊਗੀ ਤੇ ਨਾਲ ਕੰਟਰੈਕਟ ਖੇਤੀ ਕਰਨੀ ਵੀ ਪਊਗੀ, ਤੇ ਲੜਾਈ ਵੀ ਇਸੇ ਦੀ ਚੱਲ ਰਹੀ ਹੈ। ਤੇ ਇੱਥੇ ਆ ਕੇ ਕੀ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਜਿਹੜੇ ਇਹ ਲੜਾਈ ਲੜ ਰਹੇ ਨੇ, ਜਿਹੜੇ ਅਜੇ ਵੀ ਭਰਮ ਭੁਲੇਖਿਆਂ ਦੇ ਵਿੱਚ ਨੇ ਕਿ ਕੰਟਰੈਕਟ ਖੇਤੀ ਸਹੀ ਨਹੀਂ ਹੈ? ਕੰਟਰੈਕਟ ਖੇਤੀ ਸਹੀ ਤਾਂ ਹੈ ਜੇ ਨਾਲ ਮੰਡੀਆਂ ਚੱਲਣਗੀਆਂ। ਜੇ ਇਕੱਲੇ ਅਸੀਂ ਕੰਟਰੈਕਟ ਖੇਤੀ ਤੇ ਨਿਰਭਰ ਹੋ ਗਏ, ਜੇ ਉਹਨਾਂ ਦੇ ਨਾਲ ਅਸੀਂ ਕੰਟਰੈਕਟ ਕਰਨ ਲੱਗ ਗਏ, ਮੈਂ ਨਹੀਂ ਆਂਦਾ ਨਾ ਕਰੋ, ਠੀਕ ਹੈ, ਜਿੱਥੋਂ ਕਿਸੇ ਨੂੰ 2 ਰੁਪਏ ਬਣਦੇ ਨੇ ਬਣਾਉਣੇ ਚਾਹੀਦੇ ਨੇ, ਪਰ ਕੰਟਰੈਕਟ
ਕੰਪਨੀਆਂ ਆਪਣੇ ਜ਼ੁਬਾਨ ਤੇ ਖਰੀਆਂ ਨਹੀਂ ਉਤਰਦੀਆਂ, ਰੇਟ ਪੱਕੋ ਉਤਰ ਜਾਣਗੀਆਂ ਕਿਉਂਕਿ ਉਹ ਲਿਖਤ ਹੈ। ਜੇ ਅਸੀਂ ਉਹਨਾਂ ਤੇ ਕੋਈ FIR ਕਰਵਾਉਂਦੇ ਆ ਜਾਂ ਉਹਨਾਂ ਦੁਆਰਾ ਉਹਨਾਂ ਤੱਕ ਕੇਸ ਕਰਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਹੀ ਸਾਡੀ ਜ਼ਮੀਨ ਆ ਜਿਹੜੀ ਉਹਦੇ ਤੋਂ ਹੱਥ ਧੋਣੇ ਪੈਣਗੇ, ਉਹ ਕਬਜ਼ੇ ਆ ਜਿਹੜੀ ਉਹ ਜ਼ਮੀਨ ਤੇ ਕਰਦੇ। ਵੇਖੋ ਜ਼ਿਮੀਂਦਾਰ ਜਿੰਨਾ ਚਿਰ ਤੱਕ ਆੜਤੀ ਤੋਂ ਬਿਨਾ ਜ਼ਿਮੀਂਦਾਰ ਦੀ ਬੁੱਕਤ ਨਹੀਂ, ਕਿਉਂਕਿ ਅਸੀਂ 4 ਮਹੀਨੇ ਕੋਈ ਵੀ ਫਸਲ ਹੈ, ਕੋਈ 4 ਮਹੀਨਿਆਂ ਦੀ, ਕੋਈ 5 ਮਹੀਨਿਆਂ ਦੀ, ਅਸੀਂ ਆੜਤੀ ਤੋਂ ਹੀ ਲੈ ਕੇ, ਚਾਹੇ ਕੋਈ ਜਿੰਨਾ ਪੜਦੇ ਨੇ ਸਭ ਦੇ, ਜਿੰਨਾ ਮਰਜ਼ੀ ਵੱਡਾ ਫਾਰਮਰ ਲਾਓ ਜਾਂ ਛੋਟਾ ਫਾਰਮਰ ਲਾਓ, ਕੋਈ ਫਾਰਮਰ ਹੈ ਉਹਨੇ ਆੜਤੀ ਤੋਂ ਹੀ ਲੈ ਕੇ ਆਪਣਾ ਟਾਈਮ ਕੱਢਣਾ ਹੈ। ਕੰਟਰੈਕਟ ਫਾਰਮਰ ਜਿਹਦੇ ਨਾਲ ਅਸੀਂ ਕੰਟਰੈਕਟ ਕਰਨੇ, ਉਹਨੇ ਇੱਕ ਚੁਆਨੀ ਨਹੀਂ ਸਾਨੂੰ ਪਹਿਲਾਂ ਮਦਦ ਦੇਣੀ। ਤੇ ਸਾਡੀਆਂ ਫਸਲਾਂ ਜ਼ਮੀਨਾਂ ਕਿਉਂ ਜਾਣਗੀਆਂ, ਕਿਉਂ ਅਸੀਂ ਰਹਿਣ ਹੋਵਾਂਗੇ? ਆੜਤੀ ਨੇ ਤਾਂ ਸਾਨੂੰ ਸਪੋਰਟ ਦੇ ਦਿੱਤੀ 4 ਮਹੀਨਿਆਂ ਲਈ ਜਾਂ 3 ਮਹੀਨਿਆਂ ਲਈ, ਕੋਈ ਨਹੀਂ ਜਿੱਦਣ ਫਸਲ ਆਏਗੀ ਤੇਰੇ ਕੱਟ ਕੇ ਉਤਲੇ ਜੇ ਬਚੇ ਤੈਨੂੰ ਦੇ ਦਿਆਂਗੇ, ਨਾ ਬਚੇ ਫਿਰ ਵੀ ਸਾਨੂੰ ਅਗਲੇ ਫਸਲ ਵਾਸਤੇ ਮਦਦ ਦੇ ਦਿੰਦਾ ਹੈ। ਪਰ ਕੰਪਨੀ ਨੇ ਨਹੀਂ ਸਾਨੂੰ ਦੇਣੇ ਇੱਕ ਚੁਆਨੇ, ਉਹਨਾਂ ਤੇ ਵੇਖਣਾ ਹੈ ਵੀ ਇਹ ਡਾਊਨ ਕਿਸ ਘੜੀ ਜਾਏ ਤੇ ਕਿੱਦਣ ਇਹਨੂੰ ਰਗੜੀਏ। ਤੇ ਉਹ ਇਹ 1 ਸਾਲ ਨਿਕਲੇਗਾ, 2 ਸਾਲ ਨਿਕਲੇਗਾ, ਬਸ ਇਸੇ ਤਰ੍ਹਾਂ ਡਾਊਨ ਹੁੰਦਾ ਜਾਏਗਾ ਕਿਸਾਨ, ਤੇ ਜ਼ਮੀਨਾਂ ਦੇਣੀਆਂ ਪੈਣਗੀਆਂ, ਹੋਰ ਅਸੀਂ ਸਰਕਲ ਕਿਵੇਂ ਸਾਡਾ ਚੱਲੇਗਾ? ਹੋਰ ਕਿੰਨੇ ਕੁ ਕਿਸਾਨ ਜਿਹੜੇ ਤੁਹਾਡੇ ਨਾਲ ਰਹਿੰਦੇ, ਆਸੇ-ਪਾਸੇ ਰਹਿੰਦੇ, ਜਿਹੜੇ ਕੰਟਰੈਕਟ ਖੇਤੀ? ਸਾਡੇ ਪਿੰਡ ਦੇ ਹੀ 5-7 ਫਾਰਮਰ ਨੇ ਜਿਹੜੇ ਉਸੇ ਕੰਪਨੀ ਦੇ ਨਾਲ ਕੰਟਰੈਕਟ, ਸਾਰੇ ਨੂੰ ਕਾਟ ਲੱਗੀ। ਸਭ ਨੇ ਪਹਿਲਾਂ ਸਟਾਰਟਿੰਗ ਦੇ ਵਿੱਚ ਮਾਲ ਭੇਜਣਾ, ਜਿਵੇਂ 1 ਟਰਾਲੀ ਘੱਲੀ, ਕਿਸੇ ਨੇ 2 ਘੱਲੀ, ਸਭ ਨੂੰ ਉੱਥੇ ਰੌਲਾ ਪੈ ਗਿਆ ਵੀ ਇੱਥੇ ਐਤਕੀ ਕਟੌਤੀ ਲੱਗਣ ਦੀ। ਕਟੌਤੀ ਕਿਉਂ ਲੱਗਣ ਦੀ? ਬਾਹਰ ਮੰਡੀ ਡਾਊਨ ਹੈ, ਵੀ ਬਾਹਰ ਤੇ ਜਾਏਗਾ ਨਹੀਂ, ਇੱਥੇ ਹੀ ਭੱਜੇਗਾ ਸਭ, ਕਿਉਂਕਿ ਉਹ ਜਿਨ੍ਹਾਂ ਕੰਟਰੈਕਟ ਨਹੀਂ ਵੀ ਸੀ ਕੀਤੇ ਉਹ ਵੀ ਆਉਣ ਲੱਗ ਗਿਆ ਉਸ ਕੰਪਨੀ 'ਚ। ਉਹਨਾਂ ਵੇਖਿਆ ਹੁਣ ਬੜਾ ਸੋਹਣਾ ਮੌਕਾ ਇਹਨਾਂ ਨੂੰ ਲੁੱਟਣ ਦਾ, ਵੀ ਉਹਨਾਂ ਖੁੱਲੇ ਦਿਲ ਨਾਲ ਲੁੱਟਿਆ, ਖੁੱਲੇ ਦਿਲ ਨਾਲ ਐਤਕੀ ਜ਼ਿਮੀਂਦਾਰਾਂ ਨੂੰ ਲੁੱਟਿਆ। ਤੇ ਜ਼ਿਮੀਂਦਾਰਾਂ ਕੋਲ ਰਾਹ ਨਹੀਂ ਹੈ ਸਰਕਾਰ ਦੀਆਂ, ਤੁਸੀਂ ਸਿਸਟਮ ਜਾਣਦੇ ਹੀ ਹੋ, 5 ਰੁਪਏ ਜੇ ਰੇਟ ਹੈ, MSP ਜੇ ਆਨੇ ਅਸੀਂ ਆਲੂ ਦਾ, ਤੇ ਨਹੀਂ ਕਿਤੇ ਕੁਛ ਨਹੀਂ, ਜ਼ਮੀਨੀ ਪੱਧਰ ਤੇ ਕੁਛ ਨਹੀਂ, ਗੱਲਾਂ 'ਚ ਬਹੁਤ ਕੁਛ। ਇਹ ਹੁਣ ਦੀ ਅਸੀਂ ਗੱਲ ਕਰਦੇ ਹਾਂ ਤਾਂ ਅੱਗੇ ਵੀ ਉਹਨਾਂ ਨੇ ਸਰਕਾਰ ਨੇ ਕਿਹਾ ਹੈ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਜਿਹੜੀ ਕਣਕ ਆ ਉਹ ਮੰਡੀਆਂ 'ਚ ਲੈ ਕੇ ਆਉਣੀ ਚਾਹੀਦੀ। ਜਿਵੇਂ ਆਪਾਂ ਕਹੀਏ ਕਿ ਉਹ ਕਹਿੰਦੇ ਕਿ ਜੇ ਤੁਸੀਂ ਦੇਰੀ ਕਰਦੇ ਹੋ ਤਾਂ ਵਿਆਜ ਲੱਗੂਗਾ। ਕੀ ਲੱਗਦਾ ਕਿ ਹੁਣ ਕਿਸ ਤਰ੍ਹਾਂ ਜਿਹੜੀ ਖੇਤੀ ਅੱਗੇ ਉਹ ਹੋਊਗੀ, ਕਿਸ ਤਰ੍ਹਾਂ ਫਸਲਾਂ ਦੇ ਭਾਅ ਤੈਅ ਹੋਣਗੇ ਤੇ ਕਿਸ ਤਰ੍ਹਾਂ ਫਸਲਾਂ ਅੱਗੇ ਜਿਹੜੀਆਂ ਕਿ ਵੇਚੀਆਂ ਜਾਣਗੀਆਂ? ਫਸਲਾਂ ਦਾ ਸਰਕਾਰ ਜਿਹੜੇ ਰਾਹ ਚੁਣਨ ਡਈ ਏ, ਕੰਟਰੈਕਟ ਖੇਤੀ ਵਾਲੀ ਜਾਂ ਕੋਈ ਵੀ, ਇਹ ਰਾਹ ਐਡੇ ਚੰਗੇ ਤੇ ਐਡੇ ਵਧੀਆ ਰਾਹ ਨਹੀਂ। ਹੁਣ ਕਣਕਾਂ 'ਚ ਵੀ ਇਸੇ ਤਰ੍ਹਾਂ ਇਹਨਾਂ ਸਾਈਜ਼ ਵੇਖਣਾ, ਆ ਛੋਟਾ ਦਾਣਾ ਹੈ, ਆ ਵੱਡਾ ਦਾਣਾ ਹੈ। ਜਿਹੜੀ ਕੁਦਰਤ ਦੀ ਛਾਂ ਥੱਲੇ ਜਿਹੜੀ ਫਸਲ ਤਿਆਰ ਹੋਣੀ ਹੈ ਉਹਨੂੰ ਤੁਸੀਂ ਕਿਵੇਂ ਸਾਈਜ਼ ਦੇ ਸਕਦੇ ਹੋ? ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਮਸ਼ੀਨ ਦਾ ਟਾਇਰ, ਟਰੈਕਟਰ ਸਾਹਮਣੇ ਖੜਾ, ਮਸ਼ੀਨ ਦਾ ਜਾਂ ਟਾਇਰ ਬਣਨਾ ਜਾਂ ਕੋਈ, ਉਹਦੀ ਤੇ ਤੁਸੀਂ ਪ੍ਰੋਪਰ ਸ਼ੇਪ ਦੇ ਸਕਦੇ ਹੋ। ਜਿਹੜੀ ਕੁਦਰਤ ਦੀ ਛਾਂ ਥੱਲੇ ਕੋਈ ਵੀ ਫਸਲ ਤਿਆਰ ਹੋਣੀ ਹੈ ਉਹਦਾ ਪ੍ਰੋਪਰ ਤੁਸੀਂ ਸਾਈਜ਼ ਨਹੀਂ ਦੇ ਸਕਦੇ। ਇਹ ਇਹਨਾਂ ਨੂੰ ਸਾਰਾ ਕੁਝ ਪਤਾ ਹੈ, ਪ੍ਰੋਪਰ ਸਾਈਜ਼ ਨਹੀਂ ਦੇ ਸਕਦੇ। ਤੇ ਇਸੇ ਰਾਹ ਨਾਲ ਹੀ ਸਾਨੂੰ ਇਹਨਾਂ ਲੁੱਟਣਾ। ਇਹਦਾ ਦਾਣਾ ਛੋਟਾ ਹੋ ਗਿਆ, ਇਹਦਾ ਦਾਣਾ ਮੋਟਾ ਹੋ ਗਿਆ, ਇਹਦਾ ਦਾਣਾ ਦਾ ਸਾਈਜ਼ ਬਦਲ ਗਿਆ, ਕਟੌਤੀਆਂ ਲਾਣੀਆਂ, ਇਸੇ ਤਰ੍ਹਾਂ ਇਹਨਾਂ ਫਾਰਮਰ ਨੂੰ ਲੁੱਟਣਾ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਕਾਲ ਕਰਕੇ ਹੀ ਕਿਸਾਨਾਂ ਨੂੰ ਬੁਲਾਇਆ ਕਰਾਂਗੇ ਕਿ ਕੀ ਤੁਹਾਡੀ ਫਸਲ ਕਦੋਂ ਜਿਹੜੀ ਕਿ ਉਹਦੀ ਵਿਕਰੀ ਹੋਣੀ ਹੈ, ਕਦੋਂ ਮੰਡੀਆਂ ਦੇ ਵਿੱਚ ਹੋਣੀ ਹੈ, ਜਾਂ ਆਪਾਂ ਕਹਿ ਦਈਏ ਕਦੋਂ ਉਹ ਜਿਹੜਾ ਭਾਅ ਉਹ ਤੈਅ ਕਰਨਾ। ਦੇਖੋ, ਕਾਲ ਕਰਕੇ ਪਿਛਲੇ ਸਾਲ ਜਿਹੜੀ ਕਣਕਾਂ ਦਾ ਟਾਈਮ ਸੀ, ਸਰਕਾਰ ਨੇ ਕਾਲ ਕਰਕੇ ਸੱਦੇ ਸਾਰਾ ਕੁਝ। ਜਿਹੜੀ ਫਸਲ ਮੇਰੀ ਅੱਜ ਵੱਢਣੀ ਹੈ, 8 ਦਿਨ ਮੇਰਾ ਨੰਬਰ ਨਹੀਂ ਆਉਂਦਾ, ਮੈਂ ਉਹਨੂੰ ਕਿੱਥੇ ਲੈ ਕੇ ਜਾਵਾਂ? ਹੁਣ ਇੱਕ ਜਿਹੜਾ ਕਣਕਾਂ ਦਾ ਟਾਈਮ ਹੁੰਦਾ ਹੈ ਉਹ ਐਸਾ ਟਾਈਮ ਹੁੰਦਾ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ। ਜਦੋਂ ਰਾਤ ਲਾਈਟ ਆਉਂਦੀ ਹੈ ਕਿਤੇ ਹਲਕੀ ਸਪਾਰਕਿੰਗ ਹੋ ਜਾਏ, ਅਸੀਂ ਜਦੋਂ ਕਣਕਾਂ ਪੱਕ ਜਾਂਦੀਆਂ ਨੇ ਸਾਰੀ ਰਾਤ ਸੌਂਦੇ ਨਹੀਂ, ਉੱਠ ਕੈਡ ਲੈਂਦੇ ਰਹੀਦਾ, ਇੱਧਰ ਵੇਖ ਲੈਣਾ, ਸਪਾਰਕਿੰਗ ਨਹੀਂ ਹੋਈ, ਆਹ ਨਹੀਂ ਹੋਇਆ। ਹੁਣ ਪੱਕੀ ਫਸਲ ਦੇ ਜੇ ਸਾਡਾ 8 ਦਿਨ ਨੰਬਰ ਨਹੀਂ ਆਇਆ, ਉਹਦੀ ਕੌਣ ਜ਼ਿੰਮੇਵਾਰੀ ਲਏਗਾ? 8 ਦਿਨ ਪੱਕੀ ਸਾਡਾ ਨੰਬਰ ਪੈ ਨਾ, ਉਹਨੇ ਚ ਅੱਗ ਆਏ, ਉਹਨੇ ਚ ਹਨੇਰੀ ਆਏ, ਸਾਨੂੰ ਤੇ ਇੱਕ ਘੜੀ ਦੇ ਵਿੱਚ। ਪਿਛਲੇ ਹਫਤੇ ਤੁਸੀਂ ਬਰਸਾਤਾਂ ਵੇਖ ਹੀ ਲਈਆਂ ਨੇ, ਪੰਜਾਬ ਵਿੱਚ ਲਾਓ ਚਾਹੇ ਹਰਿਆਣੇ ਚ ਲਾਓ, ਫਸਲਾਂ ਦਾ ਬੇੜਾ ਗਰਕ ਕਰ ਦਿੱਤਾ ਸਮੇਂ ਨੇ। ਇਹ ਕੁਦਰਤ ਦੀ ਛਾਂ ਥੱਲੇ ਜਿਹੜੀਆਂ ਤਿਆਰ ਹੋਣੀਆਂ ਨੇ, ਜੇ ਉਹ ਅੱਜ ਪੱਕੀ ਏ ਉਹਨੂੰ ਅੱਜ ਹੀ ਸੰਭਾਲਣਾ ਪਏਗਾ। ਤੇ ਇਹ ਤੇ ਸਰਕਾਰ ਨੇ ਸਿਰਫ ਸਾਡਾ ਨੁਕਸਾਨ ਕਰਨ ਲਈ ਇਹ ਵੱਖੋ-ਵੱਖ ਰੰਗ, ਵੱਖੋ-ਵੱਖ ਟੰਗ, ਇਹਨਾਂ ਕੋਲ ਸ਼ੈੱਡ ਵੀ ਨੇ, ਇਹਨਾਂ ਕੋਲ ਸਾਡੇ ਕੋਲ ਤੇ ਆਪਣੇ ਸਾਧਨ ਖਿਲਾਰਨ ਨੂੰ ਨਹੀਂ ਜਗ੍ਹਾ, ਤੇ ਉਹ ਕਣਕਾਂ ਮੁੰਜੀਆਂ ਅਸੀਂ ਕਿੱਥੇ ਰੱਖਾਂਗੇ? ਉਹਨਾਂ ਨੇ ਤਾਂ ਬਹੁਤ ਵੱਡੇ ਗੋਡਾਊਨ ਪਹਿਲਾਂ ਹੀ ਬਣਾ, ਉਹਨਾਂ ਵੇਖੋ ਬਿੱਲ ਆਏ ਨਹੀਂ ਤੇ ਸੈਲੋ ਬਣ ਗਏ, ਬਿੱਲ ਆਏ ਨਹੀਂ ਸੈਲੋ ਬਣ ਗਏ। ਤੁਹਾਨੂੰ ਕਿਹੜੇ ਪਾਸੇ ਨੂੰ ਇਹ ਲੈ ਕੇ ਜਾਂਦੇ ਨੇ ਸਾਰੇ ਰਾਹ, ਤੁਸੀਂ ਖੁਦ ਵੇਖੋ। ਸਾਡੇ ਕੋਲ ਤੇ ਆਪਣੇ ਡੰਗਰਾਂ ਲਈ ਰੱਖਣ ਲਈ ਛਾਂ ਨਹੀਂ ਗੀ, ਸਾਧਨ ਖਿਲਾਰਨ ਲਈ ਛਾਂ ਨਹੀਂ ਗੀ, ਤੇ ਕਣਕਾਂ ਨੂੰ ਤੇ ਇੰਨੀ ਖੁੱਲੀ ਚਾਹੀਦੀ। ਕਣਕ ਲਾਓ, ਮੁੰਜੀ ਲਾਓ, ਸੂਰਜਮੁਖੀ ਲਾਓ, ਆਲੂ ਲਾਓ, ਇਹਨਾਂ ਨੂੰ ਅਸੀਂ ਕਿਵੇਂ, ਜਿੰਨਾ ਚਿਰ ਮਿੱਟੀ ਦੇ ਅੰਦਰ ਹੈ, ਜਿਹੜੀ ਮਿੱਟੀ ਦੇ ਅੰਦਰ ਵਾਲੀ ਫਸਲ ਉਹਨੇ ਦਿਨ
ਜਿੱਦਾਂ ਨੇ ਪੱਕ ਗਈ ਇਹਨੂੰ ਸਾਨੂੰ ਵੇਚ ਕੇ ਫਿਰ ਵਪਾਰੀ ਤੇ ਇਹਨਾਂ ਨੂੰ ਸਾਲ ਵਾਸਤੇ ਰੱਖ ਸਕਦਾ ਹੈ, ਕਿਉਂਕਿ ਉਹਦੇ ਕੋਲ ਸਹੂਲਤ ਹੈ ਕੋਲਡ ਸਟੋਰ ਦੀ। ਜੇ ਆਲੂ ਨੂੰ ਰੱਖਣਾ ਹੈ, ਜੇ ਕਣਕ ਨੂੰ ਰੱਖਣਾ, ਉਹਨਾਂ ਕੋਲ ਪ੍ਰੋਪਰ ਵੇਅਰ ਹਾਊਸ ਗੋਡਾਊਨ ਨੇ, ਸੈਲਰ ਵਪਾਰੀਆਂ ਨੇ, ਉਹਦੇ ਚੌਲ ਕੱਢ ਲੈਣੇ ਨੇ। ਉਹਨਾਂ ਕੋਲ ਸਾਰਿਆਂ ਕੋਲ ਤਰੀਕਾ ਆਪੋ ਆਪਣਾ ਉਹਨਾਂ ਸਿਸਟਮ ਬਣਾਏ ਨੇ। ਸਾਡੇ ਕੋਲ ਤੇ 4 ਮਹੀਨੇ ਅਸੀਂ ਮਸਾਂ ਕੱਢਨੇ ਉਸ ਫਸਲ ਨੂੰ ਤਿਆਰ ਕਰਨ ਲਈ, ਤੇ ਇਹ 15 ਦਿਨਾਂ 'ਚ ਮਾਲੋ ਮਾਲ ਹੋ ਜਾਂਦੇ ਨੇ। ਅਸੀਂ 4 ਤੋਂ 5 ਮਹੀਨਿਆਂ 'ਚ ਵੀ ਉਹ ਜਿਵੇਂ ਦੇ ਉਹ ਹੁੰਨੇ ਸਾਂ ਵੀ ਇੰਨੀਆਂ ਹਿਰਸਾਂ ਹੁੰਦੀਆਂ ਨੇ, ਅੱਜ ਸਾਡੀ ਫਸਲ ਹੋਏਗੀ, ਆਹ ਹੋ ਜਾਏਗਾ, ਉਹ ਸਾਰਾ ਕੁਝ ਉੱਥੇ ਦੀ ਉੱਥੇ ਹੀ ਰਹਿ ਜਾਂਦਾ। ਕਿਸਾਨ ਤਾਂ ਸਿਰਫ ਫਸਲ ਤੇ ਹੀ ਨਿਰਭਰ ਰੱਖਦਾ, ਉਹਨਾਂ 'ਚ ਹੀ ਆਪਣੇ ਬੱਚਿਆਂ ਨੂੰ ਪੜਾਉਂਦਾ। ਅੱਜ ਦਾ ਟਾਈਮ ਐਸਾ ਆ ਗਿਆ, ਸਾਨੂੰ 4 ਮਹੀਨੇ ਫਸਲ ਪਾਲਣੀ ਔਖੀ ਨਹੀਂ ਲੱਗਦੀ। 4 ਮਹੀਨੇ ਫਸਲ ਪਾਲਣੀ ਔਖੀ ਨਹੀਂ ਲੱਗਦੀ। ਉਹ 4 ਦਿਨ ਨੇ ਨਾ ਜਦੋਂ ਪੱਕੀ ਫਸਲ ਸੰਭਾਲਣੀ, ਉਹ ਸਾਨੂੰ ਜ਼ਿਆਦਾ ਔਖੀ ਲੱਗਣ ਲੱਗ ਗਈ, ਕਿਉਂਕਿ ਸਾਡੀ ਮੰਡੀਆਂ 'ਚ ਜਾ ਕੇ ਕੋਈ ਵੈਲਿਊ ਨਹੀਂ, ਕੋਈ ਬੁੱਕਤ ਨਹੀਂ। ਇਹ ਬਸ ਆਹੀ ਉੱਥੇ ਜਾ ਕੇ ਜਦੋਂ ਡਾਲਾ ਖੁੱਲਦਾ ਫਸਲ ਉਤਰਦੀ ਏ, ਐਵੇਂ ਮਾਰਦੇ ਨੇ ਹੱਥ, ਇਹਦਾ ਰੰਗ ਛੋਟਾ, ਇਹਦਾ ਆ ਹੋਏ, ਫਿਰ ਛੱਡ ਕੇ ਅਗਲੀ ਢੇਰੀ ਤੇ ਟੁਰ ਜਾਂਦੇ ਨੇ। ਅਸੀਂ ਵਹਿੰਦੇ ਰਹਿ ਜਾਂਦੇ ਹਾਂ, ਫਿਰ ਹੱਥ ਜੋੜਨੇ ਆ, ਚਲੋ ਕੋਈ ਨਹੀਂ ਯਾਰ 5 ਰੁਪਏ ਘੱਟ ਹੀ ਕਰ ਲਓ। ਇਸੇ ਕਰਕੇ MSP ਦਾ ਰੌਲਾ ਪਿਆ ਹੈ। MSP ਜਿੰਨਾ ਚਿਰ ਤੱਕ ਬਿਲਕੁਲ ਕਰਨੇ ਆ, MSP ਤੈਅ ਨਹੀਂ ਹੋਏਗਾ ਕੋਈ ਮਰਜ਼ੀ ਖਰੀਦੇ। ਅਸੀਂ ਨਹੀਂ ਆਂਦੇ ਕੰਟਰੈਕਟ ਖੇਤੀ ਨਹੀਂ ਹੋਣੀ ਚਾਹੀਦੀ, ਹੋਏ। ਸਾਡੇ ਆਗੂ ਵੀ ਇਹੀ ਆਂਦੇ ਨੇ ਕੰਟਰੈਕਟ ਖੇਤੀ ਨਾ ਹੋਏ, ਰੋਕ ਨਹੀਂ ਲਾਉਂਦੇ। MSP ਹੋਣੀ ਬਹੁਤ ਲਾਜ਼ਮੀ ਹੈ। ਨਿਊਨਤਮ ਸਮਰਥਨ ਮੁੱਲ ਜ਼ਰੂਰੀ ਹੈ। ਜੇ ਇਹ ਹੋਏਗਾ ਤਾਂ ਅਸੀਂ ਬਚਾਂਗੇ, ਨਹੀਂ ਤੇ ਨਹੀਂ ਬਚਾਂਗੇ। ਅਸੀਂ MRP ਨਹੀਂ ਮੰਗਣ ਡਏ, MSP ਦੀ ਗੱਲ ਕਰਨ ਡਏ। MSP ਹੋਏਗਾ ਤਾਂ ਸਾਡੀ ਫਸਲਾਂ ਘੱਟ ਦਾਮ ਤੇ ਹੀ ਵੱਧ ਦਾਮ ਤੇ ਨਹੀਂ, ਅਸੀਂ ਫਿਰ ਵੀ ਵੇਚ ਲਾਂਗੇ। ਨਹੀਂ ਤੇ ਜੋ ਮਰਜ਼ੀ ਹੈ, ਭਾਵੇਂ 15 ਰੁਪਏ ਖਰੀਦਣ, ਜੇ 19 ਰੁਪਏ ਰੇਟ ਕਣਕ ਦਾ, 15 ਖਰੀਦਣ, 14 ਖਰੀਦਣ, ਕਿਸੇ ਨੇ ਕਿਹਨੂੰ ਪੁੱਛਣਾ। ਬਿਹਾਰ ਹੁਣ ਸਾਡੇ ਰਿਸ਼ਤੇਦਾਰ ਯੂਪੀ ਦੀ ਗੱਲ ਕਰ ਰਹੇ, BJP ਸਰਕਾਰ, ਚਾਹੇ ਸਾਡੇ ਹਰਿਆਣੇ 'ਚ ਵੀ ਯੂਪੀ ਵਾਲਿਆਂ ਦੀ ਉਹੀ ਉੱਥੇ ਵੀ MSP ਦੀ ਗੱਲ ਕਰਦੇ ਨੇ। ਸਾਰਾ ਕੁਝ 800 ਰੁਪਏ ਉਹ ਮੁੰਜੀ ਵੇਚਦੇ ਨੇ। ਝੋਨਾ ਪੰਜਾਬ ਵਿੱਚ ਆਉਂਦੇ ਨੇ, ਅਸੀਂ ਮੁੰਜੀ ਆਖਦੇ ਨੇ ਹਰਿਆਣੇ ਵਾਲੇ। 800 900 ਰੁਪਏ ਪਰਮਲ ਮੁੰਜੀ, ਪੱਕੀ ਪੂਰੀ ਪਿਓਰ। ਉਹੀ ਮੁੰਜੀ ਵਪਾਰੀਆਂ ਕੋਲ ਜਾਣ ਤੋਂ ਬਾਅਦ ਉਸ ਪੂਰੇ ਰੇਟ ਦੀ ਹੋ ਜਾਂਦੀ ਹੈ, 1700 1800 ਹੋ ਜਾਂਦੀ ਹੈ। ਉਹੀ ਫਿਰ ਸਰਕਾਰਾਂ ਲੈਂਦੀਆਂ। ਉਹ ਉਨੀ ਦੇਰ ਹੀ 800 ਰੁਪਏ ਦੀ ਹੈ ਜਿੰਨਾ ਚਿਰ ਤੱਕ ਕਿਸਾਨ ਕੋਲ। ਤੇ ਇਹ ਹਰਿਆਣਾ ਪੰਜਾਬ ਤਾਂ ਅੱਗੇ ਲੱਗ ਕੇ, ਕਿਉਂਕਿ ਇਹ ਲੋਕ ਫਿਰ ਵੀ MSP ਤੇ ਸਾਡੀਆਂ ਫਸਲਾਂ ਵਿਕਦੀਆਂ ਸਨ, ਪਰ ਹੁਣ ਦਿਨ ਪਰ ਦਿਨ ਸਾਨੂੰ ਵੀ ਇਹ ਬਿਹਾਰ ਮਾਡਲ ਆਂਦੇ ਨੇ ਲਾਗੂ ਹੋਣਾ। ਤੇ ਬਿਹਾਰ ਦਾ ਤੁਸੀਂ ਹਾਲ ਖੁਦ ਵੇਖ ਲਓ, ਯੂਪੀ ਦੇ ਹਾਲ ਵੇਖ ਲਓ। ਯੂਪੀ ਬਿਹਾਰ ਦਾ ਜਿਹੜੇ 5 ਤੋਂ 4 ਕਿੱਲੇ ਵਾਲੇ, ਤੁਸੀਂ ਹਰਿਆਣੇ ਪੰਜਾਬ ਦੀ ਗੱਲ, ਹਰਿਆਣੇ ਪੰਜਾਬ ਦਾ 4-5 ਕਿੱਲੇ ਵਾਲਾ ਫਾਰਮਰ ਦਿਹਾੜੀ ਮਜ਼ਦੂਰੀ ਨਹੀਂ ਕਰਦਾ, ਸਿਰਫ ਇੱਥੇ ਜੇ ਰੇਟ ਮਿਲਦਾ ਸੀ ਪਹਿਲਾਂ। ਯੂਪੀ ਬਿਹਾਰ ਦੇ ਵਿੱਚ ਇਹ ਕਾਨੂੰਨ ਪਹਿਲਾਂ ਲਾਗੂ ਹੋਏ ਨੇ, ਉੱਥੋਂ ਦਾ 3-3 4-4 ਕਿੱਲੇ ਵਾਲੇ ਸਾਡੇ ਇੱਥੇ ਹਰਿਆਣੇ ਪੰਜਾਬ ਵਿੱਚ ਆ ਕੇ ਨੌਕਰੀ ਕਰਦੇ ਨੇ। ਤੇ ਅਸੀਂ ਕਿੱਥੇ ਜਾਵਾਂਗੇ ਜੇ ਸਾਡੇ ਕਾਨੂੰਨ ਇਹ ਲਾਗੂ ਹੋਏ? ਉਹ ਵਿਚਾਰੇ ਆਂਦੇ ਨੇ ਜੇ ਇੱਥੇ ਵੀ ਇਹ ਹਾਲਾਤ ਹੋ ਗਏ ਤੇ ਅਸੀਂ ਕਿੱਥੇ ਜਾਵਾਂਗੇ? ਵੀ ਇੱਥੇ ਤੇ ਫਿਰ ਵੀ ਕੋਈ ਜ਼ਮੀਨ ਕਿਸਾਨ ਵੇਚ ਕੇ ਪੰਜਾਬ ਤੋਂ ਬਾਹਰ ਕਿਉਂ ਜਾਣ ਡਿਆ, ਹਰਿਆਣੇ ਤੋਂ ਬਾਹਰ ਕਿਸਾਨ ਕਿਉਂ ਜਾਣ ਡਿਆ? ਸਿਰਫ ਮੰਡੀਆਂ ਕਰਕੇ ਸਾਡੇ ਹਾਲਾਤ। ਜੇ ਕਿਸੇ ਕੋਲ 2 ਕਿੱਲੇ ਆਪਣਾ ਕਿੱਲਾ ਖੰਡ ਵੇਚਦਾ, ਆਪਣਾ ਦੇਸ਼, ਆਪਣਾ ਪਰਿਵਾਰ, ਆਪਣੇ ਬੱਚੇ ਵੀ ਛੱਡ ਕੇ ਟੁਰ ਜਾਂਦਾ। ਕੋਈ ਜਾ ਸਕਦਾ ਆਪਣਾ ਪਰਿਵਾਰ ਛੱਡ ਕੇ? ਉਹਨਾਂ ਨੂੰ ਜਾਣਾ ਬਹੁਤ ਔਖਾ ਲੱਗਦਾ। ਸਿਰਫ ਉਹਨਾਂ ਨੂੰ ਫਿਊਚਰ ਨਹੀਂ ਦਿਸਣ ਡਿਆ, ਹਨੇਰਾ ਦਿਸਣ ਡਿਆ ਆਪਣੇ ਬੱਚਿਆਂ ਲਈ, ਤਾਂ ਸਾਰੇ ਛੱਡ ਕੇ ਬਾਹਰ ਜਾਣ ਡਿਆ। ਸੋ ਦਰਸ਼ਕੋ, ਤੁਸੀਂ ਦੇਖਿਆ ਕਿ ਕਰਨਾਲ ਦੇ ਕਿਸਾਨ ਸੀ ਜਿਹੜੇ ਖੁਦ ਕੰਟਰੈਕਟ ਖੇਤੀ ਕਰ ਰਹੇ ਸੀ। ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਫਸਲ ਦਾ ਉਹ ਰੇਟ ਵੀ ਨਹੀਂ ਮਿਲਦਾ, ਪਰ ਫਿਰ ਵੀ ਕਿਤੇ ਨਾ ਕਿਤੇ ਮਜਬੂਰ ਵਸ ਹੋ ਕੇ ਕੰਟਰੈਕਟ ਖੇਤੀ ਦੇ ਥੱਲੇ ਹੀ ਆਪਣੀ ਜਿਹੜੀ ਫਸਲ ਆ ਉਹ ਵੇਚਣ ਲਈ ਮਜਬੂਰ ਹੋ ਚੁੱਕੇ ਨੇ। ਸੋ ਬਣੇ ਰਹੋ ਪੰਜਾਬ ਨਿਊਜ਼ ਨਾਲ। ਇਦਾਂ ਦੇ ਬੜੇ ਹੀ ਕਿਸਾਨ ਨੇ ਜਿਹੜੇ ਕਿ ਅੱਜ ਵੀ ਆਪਣੇ ਕਈ ਬੁਰੇ ਹਾਲਾਤਾਂ ਤੋਂ ਗੁਜ਼ਰ ਰਹੇ ਨੇ। ਸੋ ਬਣੇ ਰਹੋ ਪੰਜਾਬ ਨਿਊਜ਼ ਨਾਲ। ਧੰਨਵਾਦ।